ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਗੁਰੂ ਪਿਆਰਿਓ, ਆਪ ਸਭ ਨੂੰ ਬੰਦੀ ਦਿਵਸ ਛੋੜ ਦੀਆਂ ਬਹੁਤ ਬਹੁਤ ਵਧਾਈਆਂ, ਮੁਬਾਰਕਾਂ ਅਤੇ ਦੀਵਾਲੀ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਪਿਤਾ ਪਰਮੇਸ਼ਵਰ ਸਾਡੇ ਸਭ 'ਤੇ ਮਿਹਰ ਕਰਨ, ਕਿਰਪਾ ਕਰਨ, ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ਣ, ਆਪਣੇ ਚਰਨੀ ਲਾਉਣ, ਨਾਮਦਾਨ ਦੇਣ, ਗੁਰਮਤਿ ਦਾ ਗਿਆਨ ਦੇਣ, ਬਾਣੀ ਕੰਠ ਕਰਵਾਉਣ, ਸਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ, ਦੇ ਰੋਗਤਾ ਦੇਣ, ਬੇਫਿਕਰੀ ਦੇਣ, ਆਪਣੇ ਚਰਨੀ ਲਾਉਣ, ਸਾਨੂੰ ਸਾਡਾ ਅੰਮ੍ਰਿਤ ਵੇਲਾ ਸੰਭਾਲ ਦੇਣ। ਦਇਆ, ਸਬਰ, ਸੰਤੋਖ ਸਾਡੀ ਝੋਲੀ ਪਾਉਣ ਪਿਤਾ ਪਰਮੇਸ਼ਵਰ ਵਾਹਿਗੁਰੂ ਮਹਾਰਾਜ। ਸਾਨੂੰ ਸਭ ਨੂੰ ਤਰੱਕੀਆਂ ਬਖਸ਼ਣ, ਸਾਡੇ ਕਾਰੋਬਾਰ, ਨੌਕਰੀਆਂ ਸਭ ਬਹੁਤ ਮਹਾਰਾਜ ਕਿਰਪਾ ਕਰਨ, ਪਰ ਸਾਨੂੰ ਮੋਹ ਮਾਇਆ ਤੋਂ ਬਚਾਈ ਰੱਖਣ, ਤਾਂ ਜੋ ਅਸੀਂ ਮੋਹ ਮਾਇਆ 'ਚ ਮਲੀਨ ਨਾ ਹੋਈਏ। ਜਿਹੜੀ ਪਿਤਾ ਪਰਮੇਸ਼ਵਰ ਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਹੈ, ਇਹ ਅਸੀਂ ਪਿਤਾ ਪਰਮੇਸ਼ਵਰ ਦੀ ਮਰਿਆਦਾ ਨੂੰ ਕਮਾਉਂਦੇ ਹੋਈਏ ਲੋਕ ਸੁਖੀਏ ਪਰਲੋਕ ਸੁਹੇਲਾ ਕਰੀਏ। ਮੋਹ ਮਾਇਆ ਤੋਂ ਸਾਡੀ ਰੱਖਿਆ ਕਰਨ ਪਿਤਾ ਪਰਮੇਸ਼ਵਰ ਵਾਹਿਗੁਰੂ ਮਹਾਰਾਜ। ਗੁਰੂ ਪਿਆਰਿਓ, ਬਹੁਤ ਸਾਰੇ ਗੁਰੂ ਪਿਆਰਿਆਂ ਦੀਆਂ ਵੀਡੀਓ ਆਈਆਂ ਨੇ, ਨਾਮ ਸਿਮਰਨ ਜਪਦਿਆਂ ਹੋਇਆਂ ਸੰਗਤ ਬਹੁਤ ਆਨੰਦ ਲੈ ਰਹੀ ਹੈ। ਵਾਹਿਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ। ਇਸੇ ਤਰ੍ਹਾਂ ਪਿਤਾ ਪਰਮੇਸ਼ਵਰ ਸਾਡੇ ਸਭ ਤੋਂ ਸੇਵਾ ਲੈਂਦੇ ਰਹਿਣ, ਨਾਮਦਾਨ ਸਾਨੂੰ ਦੇਣ ਔਰ ਸਾਡੇ 'ਤੇ ਹੋਰ ਮਿਹਰ ਕਰਨ, ਕਿਰਪਾ ਕਰਨ, ਸਾਨੂੰ ਸੋਝੀ ਦੇਣ। ਬਹੁਤ ਸਾਰੇ ਗੁਰੂ ਪਿਆਰੇ ਹਲੇ ਵੀ ਵਿਚਲਿਤ ਹੋ ਰਹੇ ਹਨ ਕਿ ਜੀ ਸਾਡਾ ਮਨ ਨਹੀਂ ਲੱਗਦਾ, ਧਿਆਨ ਨਹੀਂ ਲੱਗਦਾ, ਦੱਸੋ ਕਿਸ ਤਰ੍ਹਾਂ ਨਾਮ ਬਾਣੀ। ਗੁਰੂ ਪਿਆਰਿਓ, ਆਪਾਂ ਬਹੁਤ ਭਾਗਾਂ ਵਾਲੇ ਹਾਂ ਕਿ ਆਪਾਂ ਪਿਤਾ ਪਰਮੇਸ਼ਵਰ ਦੇ ਚਰਨੀ ਲੱਗ ਰਹੇ ਹਾਂ ਉਹਨਾਂ ਦੀ ਕਿਰਪਾ ਦੇ ਨਾਲ। ਕਲਯੁਗ ਦੇ ਵਿੱਚ ਇਸ ਪਾਸੇ ਮੁੜਨਾ ਬਹੁਤ ਬਹੁਤ ਮੁਸ਼ਕਲ ਹੈ, ਸੌਖਾ ਨਹੀਂ। ਆਪ ਜੀ ਇਸ ਪਾਸੇ ਆ ਗਏ, ਇੰਨਾ ਹੀ ਬਹੁਤ ਵਧੀਆ ਹੈ, ਇਸੇ ਨਾਲ ਹੀ ਪਾਰ ਉਤਾਰਾ ਹੋ ਜਾਏਗਾ। ਸੇਵਾ ਤਾਂ ਆਪੇ ਪਿਤਾ ਪਰਮੇਸ਼ਵਰ ਨੇ ਲੈ ਹੀ ਲੈਣੀ ਹੈ। ਜਦੋਂ ਆਪਣਾ ਦਾਖਲਾ ਹੋ ਗਿਆ ਪਿਤਾ ਪਰਮੇਸ਼ਵਰ ਦੀ ਯੂਨੀਵਰਸਿਟੀ ਦੇ ਵਿੱਚ, ਫਿਰ ਸਾਨੂੰ ਸਰਟੀਫਿਕੇਟ ਵੀ ਮਿਲ ਹੀ ਜਾਣਾ ਹੈ, ਸਾਡਾ ਭਲਾ ਵੀ ਹੋ ਹੀ ਜਾਣਾ। ਗੁਰੂ ਪਿਆਰਿਓ, ਚਿੰਤਾ ਨਾ ਕਰੋ, ਬਸ ਲੱਗੇ ਰਹੋ, ਜਿੰਨਾ ਹੋ ਸਕਦਾ ਹੈ, ਥੋੜ੍ਹਾ ਬਹੁਤਾ ਜੋ ਵੀ ਹੋ ਸਕਦਾ ਹੈ ਕਰੀ ਚੱਲੋ, ਕਿੰਤੂ ਪਰੰਤੂ ਤੋਂ ਬਚੋ, ਸਵਾਲਾਂ ਤੋਂ ਬਚੋ। ਸਮਾਂ ਹੁਣ ਕਮਾਈ ਦਾ ਹੈ, ਸਵਾਲਾਂ ਦਾ ਹੈ ਨਹੀਂ ਸਮਾਂ। ਆਪਾਂ ਨੂੰ ਸਾਰਿਆਂ ਨੂੰ ਬਹੁਤ ਨੌਲੇਜ ਹੈ, ਕੋਈ ਨੌਲੇਜ ਦੀ ਕਮੀ ਨਹੀਂ ਹੈ ਕਿਸੇ ਕੋਲੇ। ਜ਼ਿਆਦਾ ਨੌਲੇਜ ਵੀ ਤੰਗ ਕਰਦੀ ਹੈ ਗੁਰੂ ਪਿਆਰਿਓ। ਜਿੰਨੇ ਸਾਡੇ ਅੰਦਰ ਸਵਾਲ ਜ਼ਿਆਦਾ ਹੋਣਗੇ, ਉਹਨਾਂ ਅਸੀਂ ਗੁਰੂ ਤੋਂ ਦੂਰ ਹੋਈ ਜਾਵਾਂਗੇ। ਜਿੰਨੇ ਤਰਕ ਘੱਟ, ਸਵਾਲ ਘੱਟ, ਉਹਨਾਂ ਗੁਰੂ ਦੇ ਨੇੜੇ ਹੋਵਾਂਗੇ। ਗੁਰੂ ਪਿਆਰਿਓ, ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਗੁਰੂ ਪਿਆਰਿਓ ਮਾਹੌਲ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਜਿਹੜਾ ਘਰ ਦੇ ਵਿੱਚ ਬੱਚਾ ਹੈ, ਬੇਟਾ ਹੈ ਜਾਂ ਬੇਟੀ ਹੈ, ਉਹ ਆਪਦੇ ਪਿਓ ਨੂੰ ਕਦੇ ਇਹ ਨਹੀਂ ਕਹਿ ਸਕਦੇ ਕਿ ਪਿਤਾ ਜੀ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਬਹੁਤ ਇਸ ਤਰ੍ਹਾਂ ਦੇ ਪਰਿਵਾਰ ਹੁੰਦੇ ਹਨ, ਪਰ ਪਿਆਰ ਕਰਦੇ ਆ, ਮਨ ਦੇ ਵਿੱਚ ਬਹੁਤ ਪ੍ਰੇਮ ਹੁੰਦਾ ਹੈ ਪਿਤਾ ਵਾਸਤੇ, ਪਰ ਨਾ ਪਿਤਾ ਕਹਿ ਸਕਦਾ ਹੈ ਅਤੇ ਨਾ ਹੀ ਕਦੇ ਉਹਨਾਂ ਦੇ ਪੁੱਤਰ ਨੇ ਕਿਹਾ ਹੁੰਦਾ। ਵੱਡੇ ਹੋ ਜਾਂਦੇ ਆ, ਇੱਕ ਦੂਜੇ ਵਾਸਤੇ ਬਹੁਤ ਕੁਛ ਕਰਦੇ ਆ, ਪਰ ਕਹਿ ਨਹੀਂ ਸਕਦੇ। ਇੱਕ ਵਿੱਚ ਬਰੀਕ ਪੜਦਾ ਹੁੰਦਾ ਹੈ, ਤੰਦ ਹੈ ਵਿੱਚ ਕੋਈ ਐਸੀ ਜਿਹੜੀ ਹੋਣੀ ਨਹੀਂ ਚਾਹੀਦੀ, ਜੋ ਅੱਜ ਦੇ ਸਮਿਆਂ ਵਿੱਚ ਹੈ ਨਹੀਂ। ਅੱਜ ਦੇ ਸਮੇਂ ਦੇ ਵਿੱਚ ਜਿਹੜੇ ਬੱਚੇ ਨੇ, ਜ਼ਿਆਦਾਤਰ ਬੱਚੇ 90% ਤੱਕ ਬੱਚੇ ਜਿਹੜੇ ਨੇ, ਉਹ ਆਪਦੇ ਮਾਂ ਬਾਪ ਨੂੰ ਕਹਿੰਦੇ ਆਈ ਲਵ ਯੂ, ਪ੍ਰੇਮ ਕਰਦੇ ਆ ਇੱਕ ਦੂਸਰੇ ਨੂੰ, ਪਿਓ ਵੀ ਕਹਿ ਦਿੰਦਾ ਹੈ। ਲੇਕਿਨ ਜੋ ਇਸ ਤੋਂ ਪਿਛਲਾ ਜ਼ਮਾਨਾ ਸੀ, ਉਸ ਵਿੱਚ ਇੱਕ ਬਰੀਕ ਜਿਹਾ ਪੜਦਾ ਵਿੱਚ ਰਹਿੰਦਾ ਸੀ ਹਮੇਸ਼ਾ। ਜਿਹੜੇ ਗੁਰੂ ਦੇ ਪਿਆਰੇ ਇਸ ਤਰ੍ਹਾਂ ਦੀ ਸਿਚੁਏਸ਼ਨ 'ਚੋਂ ਨਿਕਲੇ ਹਨ, ਜੇ ਕਦੇ ਉਹਨਾਂ ਨਾਲ ਗੱਲ ਹੋਵੇ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਮਲਾਲ ਹੈ, ਦੁੱਖ ਹੈ ਕਿ ਉਹ ਆਪਣੇ ਬਾਪੂ ਨੂੰ ਕਦੇ ਕਹਿ ਨਹੀਂ ਸਕੇ ਕਿ ਬਾਪੂ ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ। ਨਾ ਬਾਪੂ ਕਹਿ ਸਕਿਆ ਗੁਰੂ ਪਿਆਰਿਓ। ਅਤੇ ਸਾਡਾ ਵੀ ਗੁਰੂ ਦੇ ਨਾਲ ਉਹੀ ਹਾਲ ਹੈ, ਪਿਤਾ ਪਰਮੇਸ਼ਵਰ ਦੇ ਨਾਲ। ਅਸੀਂ ਪਿਤਾ ਪਰਮੇਸ਼ਵਰ ਨੂੰ ਕਹਿ ਨਹੀਂ ਪਾ ਰਹੇ ਕਿ ਪਿਤਾ ਪਰਮੇਸ਼ਵਰ ਸਾਨੂੰ ਤੇਰੇ ਨਾਲ ਬਹੁਤ ਪਿਆਰ ਹੈ, ਤੂੰ ਸਾਨੂੰ ਬਹੁਤ ਬੇਅੰਤ 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 ਸਾਨੂੰ ਤੂੰ ਦੇ ਰਿਹਾ, ਅਸੀਂ ਤੈਨੂੰ ਦੱਸ ਨਹੀਂ ਸਕਦੇ। ਕਿਤੇ ਨਾ ਕਿਤੇ ਕੋਈ ਭਰੋਸੇ ਦੀ ਕਮੀ ਹੈ। ਜਿਸ ਦਿਨ ਗੁਰੂ ਪਿਆਰਿਓ ਸਾਡਾ ਉਹ ਪੜਦਾ ਫਟ ਗਿਆ,
ਉਹ ਤੰਦ ਜਿਹੜੀ ਵਿੱਚ ਕੋਈ ਐਸੀ ਹੈ ਜਿਹਨੇ ਸਾਨੂੰ ਦੂਰੀ ਬਣਾਈ ਹੋਈ ਹੈ, ਉਸ ਦਿਨ ਗੁਰੂ ਪਿਆਰਿਓ ਤੁਸੀਂ ਬਾਣੀ ਪੜ੍ਹ ਰਹੇ ਹੋ ਨਹੀਂ ਪੜ੍ਹ ਰਹੇ, ਵਾਟਐਵਰ ਜੋ ਵੀ ਤੁਸੀਂ ਕਰ ਰਹੇ ਹੋ, ਉਹਦਾ ਕੋਈ ਬਾਹਲਾ ਮਤਲਬ ਨਹੀਂ ਰਹਿ ਜਾਣਾ। ਜਿੱਦਣ ਤੁਹਾਡਾ ਪਿਤਾ ਪਰਮੇਸ਼ਵਰ ਦੇ ਨਾਲ ਪ੍ਰੇਮ ਪੈ ਗਿਆ, ਡੂੰਘਾ ਪ੍ਰੇਮ, ਅੰਦਰੋਂ ਸੱਚਾ ਪ੍ਰੇਮ, ਉਹ ਪੜਦਾ ਜਿਹੜਾ ਹੈ ਵਿੱਚੋਂ ਨਿਕਲ ਗਿਆ, ਉਦੋਂ ਗੱਲ ਹੀ ਕੁਛ ਹੋਰ ਹੋਏਗੀ। ਇੱਦਾਂ ਹੀ ਜਿਹੜੇ ਪਿਓ ਪੁੱਤ ਦਾ ਰਿਸ਼ਤਾ ਘਿਓ ਖਿਚੜੀ ਵਾਲਾ ਹੁੰਦਾ ਹੈ, ਬਹੁਤ ਵਧੀਆ ਹੁੰਦਾ। ਉੱਥੇ ਤੁਹਾਡੀ 50% ਜਿਹੜੀ ਜ਼ਿੰਦਗੀ ਹੈ ਉਹ ਸਿਰਫ ਇੰਨੇ ਕੁ ਰਿਸ਼ਤੇ ਨੂੰ ਠੀਕ ਕਰਨ ਦੇ ਨਾਲ ਹੀ ਬਹੁਤ ਵਧੀਆ ਹੋ ਜਾਂਦੀ ਹੈ, ਅਤੇ ਬਾਕੀ ਫਿਰ ਬੰਦਾ 50% ਖਿੱਚੜ ਜਾਂਦਾ ਹੈ। ਅਤੇ ਜੇ ਉਹ ਦੂਰੀ ਬਣੀ ਰਹੇ ਆਪਸ ਵਿੱਚ, ਭਲਾ ਲੜਦੇ ਨਹੀਂ, ਇੱਕ ਦੂਜੇ ਦਾ ਭਲਾ ਸੋਚਦੇ, ਚੰਗਾ ਸੋਚਦੇ ਆ, ਪਰ ਉਹ ਗੱਲ ਬਣਦੀ ਨਹੀਂ। ਜਿਹੜੀ ਵਿੱਚ ਇੱਕ ਪੜਦਾ ਹੈ, ਤਰੇੜ ਹੈ, ਉਹ ਸਾਡੀ ਵੀ ਜਾਣੇ ਅਣਜਾਣੇ ਗੁਰੂ ਨਾਲ ਪਈ ਹੋਈ ਹੈ, ਪਿਤਾ ਪਰਮੇਸ਼ਵਰ ਨਾਲ ਬਣੀ ਹੋਈ ਹੈ ਗੁਰੂ ਪਿਆਰਿਓ। ਕਿਉਂਕਿ ਜਿੱਥੇ ਵਿਸ਼ਵਾਸ ਹੈ, ਪ੍ਰੇਮ ਹੈ, ਉੱਥੇ ਤਰਕ ਨਹੀਂ ਹੈ, ਉੱਥੇ ਸਬਰ ਹੈ, ਸੰਤੋਖ ਹੈ, ਗਿਆਨ ਹੈ, ਪ੍ਰਕਾਸ਼ ਹੈ, ਭਰੋਸਾ ਹੈ। ਬਹੁਤ ਸਾਰੇ ਸਵਾਲ ਬੜੇ ਇਸ ਤਰ੍ਹਾਂ ਦੇ ਆਉਂਦੇ ਹਨ। ਇੱਕ ਗੁਰੂ ਪਿਆਰੇ ਨੇ ਦਾਸ ਨੂੰ ਵੀ ਸਵਾਲ ਕੀਤਾ, ਹੋਰ ਵੀ ਆਏ ਸੀ ਇਸ ਤਰ੍ਹਾਂ ਦੇ, ਕਿ ਜੀ ਤੁਸੀਂ ਅੰਮ੍ਰਿਤ ਨਹੀਂ ਛਕਿਆ ਅਤੇ ਤੁਹਾਡਾ 10ਵਾਂ ਦੁਆਰ ਕਿਸ ਤਰ੍ਹਾਂ ਖੁੱਲ੍ਹ ਗਿਆ। ਗੁਰੂ ਪਿਆਰੇ, ਉਹ ਪਿਤਾ ਪਰਮੇਸ਼ਵਰ ਹੈ, ਉਹ ਕਿਸੇ ਨੂੰ ਕੀ ਦੇਣਾ ਚਾਹੁੰਦੇ ਹਨ, ਕਿਸ ਹਾਲਾਤ 'ਚ ਦੇਣਾ ਚਾਹੁੰਦੇ ਹਨ, ਉਹਨਾਂ ਦੀ ਮਰਜ਼ੀ ਹੈ। ਜੇ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਇੱਕ ਛੱਜੂ ਝੌਰ ਤੋਂ, ਜਿਨ੍ਹਾਂ ਨੂੰ ਨਾ ਸੁਣਦਾ ਸੀ ਨਾ ਉਹ ਬੋਲ ਸਕਦੇ, ਗੂੰਗਾ ਅਤੇ ਬੋਲਾ ਸੀ, ਉਹਨਾਂ ਤੋਂ ਗੀਤਾ ਦੇ ਅਰਥ ਕਰਵਾ ਸਕਦੇ ਹਨ ਪੂਰੇ ਵਿਸਥਾਰ ਦੇ ਵਿੱਚ, ਅਤੇ ਫਿਰ ਉਹ ਕੁਛ ਵੀ ਕਰ ਸਕਦੇ ਹਨ। ਨੰਬਰ 2 ਗੱਲ ਇਹ ਹੈ, ਅੰਮ੍ਰਿਤ ਦੀ ਦਾਤ ਤਾਂ ਸਾਨੂੰ ਹੁਣ ਗੁਰੂ ਸਾਹਿਬ ਨੇ ਦਿੱਤੀ ਹੈ, ਕਿ ਜਦੋਂ ਸਾਨੂੰ ਅੰਮ੍ਰਿਤ ਦੀ ਦਾਤ ਨਹੀਂ ਮਿਲੀ ਸੀ, ਉਸ ਤੋਂ ਪਹਿਲਾਂ ਕਿਸੇ ਦਾ 10ਵਾਂ ਦੁਆਰ ਨਹੀਂ ਖੁੱਲ੍ਹਿਆ। ਇਹ ਪਿਤਾ ਪਰਮੇਸ਼ਵਰ ਦਾ ਅਨੰਤ 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 ਮਸਲਾ ਹੈ। ਇਸ ਨੂੰ ਅਸੀਂ ਬੇਅੰਤ 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 ਜਾਣ ਕੇ ਵੀ ਕੁਛ ਵੀ ਨਹੀਂ ਜਾਣ ਸਕਦੇ। ਇੱਥੋਂ ਤੱਕ ਮਸਲਾ ਹੈ। ਜੇ ਸਾਨੂੰ ਬੇਅੰਤ ਜਾਣਕਾਰੀ ਹੋ ਜਾਏ ਤਾਂ ਵੀ ਉਹ ਤੁੱਛ ਮਾਤਰ ਹੈ। ਇਹ ਇੰਨਾ ਵੱਡਾ ਪਸਾਰਾ ਹੈ ਪਿਤਾ ਪਰਮੇਸ਼ਵਰ ਦਾ। ਤੋ ਇਸ ਕਰਕੇ ਆਪਾਂ ਇਹਨਾਂ ਤਰਕਾਂ ਤੋਂ ਬਚਿਆ ਕਰੀਏ ਕਿ ਕੌਣ ਕੀ ਕਰ ਰਿਹਾ ਹੈ, ਕਿਸੇ ਨੇ ਕੀ ਕੀਤਾ ਹੋਇਆ ਹੈ, ਕੀ ਪਾਇਆ ਹੋਇਆ ਹੈ। ਆਪਾਂ ਆਪਣਾ ਅੱਗਾ ਸਵਾਰੀਏ ਗੁਰੂ ਪਿਆਰਿਓ। ਦੂਸਰੀ ਗੱਲ ਇਹ ਹੈ, ਜਿਸ ਤਰ੍ਹਾਂ ਬੱਸ ਸਟੈਂਡ ਦੇ ਉੱਤੇ ਕੋਈ ਵਿਅਕਤੀ ਖੜ੍ਹਾ ਆਵਾਜ਼ ਲਗਾ ਰਿਹਾ ਹੁੰਦਾ ਹੈ, ਅੰਮ੍ਰਿਤਸਰ, ਜਲੰਧਰ, ਚੰਡੀਗੜ੍ਹ ਆਵਾਜ਼ਾਂ ਮਾਰਦਾ ਸਵਾਰੀਆਂ ਨੂੰ, ਆ ਜਾਓ ਆ ਜਾਓ, ਪਰ ਉਹ ਆਪ ਤਾਂ ਉੱਥੇ ਹੀ ਖੜ੍ਹਾ ਹੈ ਗੁਰੂ ਪਿਆਰਿਓ, ਆਪ ਕਿਤੇ ਨਹੀਂ ਜਾ ਰਿਹਾ, ਪਰ ਦੂਜਿਆਂ ਨੂੰ ਜ਼ਰੂਰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਦਾ ਕੰਮ ਕਰ ਰਿਹਾ ਹੈ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਪਰਮਾਤਮਾ ਨੇ ਬਹੁਤ ਸਾਰੇ ਦਾਸ ਵਰਗੇ ਦੇ ਬੰਦਿਆਂ ਦੀਆਂ ਡਿਊਟੀਆਂ ਲਾਈਆਂ ਹਨ, ਅਲੱਗ-ਅਲੱਗ। ਕਿਸੇ ਤੋਂ ਕੀਰਤਨ ਦੀ ਸੇਵਾ, ਕਿਸੇ ਤੋਂ ਕਥਾ ਦੀ ਸੇਵਾ, ਕਿਸੇ ਤੋਂ ਅੰਮ੍ਰਿਤਪਾਨ ਕਰਾਉਣ ਦੀ ਸੇਵਾ, ਕਿਸੇ ਤੋਂ ਦਾਸ ਵਰਗੀ ਇੱਦਾਂ ਦੀ ਸੇਵਾ ਉਹ ਲੈ ਰਹੇ ਹਨ। ਤੋ ਇਸ ਕਰਕੇ ਆਪਾਂ ਕੋਈ ਲਾਹਾ ਲੈ ਸਕਦੇ ਹਾਂ ਤਾਂ ਲਈਏ। ਤਰਕ ਦੇ ਵਿੱਚ ਪੈਣ ਦਾ ਸਾਡਾ ਨੁਕਸਾਨ ਹੈ। ਦਾਸ ਨੂੰ ਨਹੀਂ ਕੋਈ ਦਿੱਕਤ ਹੈਗੀ, ਤੁਸੀਂ ਇੱਕ ਸਵਾਲ ਨਹੀਂ, ਤੁਸੀਂ 50 ਸਵਾਲ ਪੁੱਛੋ, ਕਿਉਂਕਿ ਦਾਸ ਨੇ ਕੁਛ ਲੁਕੋ ਕੇ ਨਹੀਂ ਰੱਖਿਆ। ਪਹਿਲੇ ਹੀ ਦਿਨ ਤੋਂ ਦਾਸ ਨਹੀਂ ਚਾਹੁੰਦਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਸ਼ੁਬਾ ਰਵੇ, ਕੋਈ ਮਸਲਾ ਖੜ੍ਹਾ ਹੋਵੇ। ਦਾਸ ਤੇ ਆਪ ਤੁਹਾਡੇ ਵਿੱਚੋਂ ਇੱਕ ਸੀ, ਖਾਣ ਪੀਣ ਵਾਲਾ, ਦੁਨੀਆਦਾਰੀ ਨਿਭਾਉਣ ਵਾਲਾ, ਮੌਜ ਮਸਤੀ ਕਰਨ ਵਾਲਾ, ਹੈ ਨਾ, ਉਹ ਦਾਸ ਦੀ ਪ੍ਰੋਫਾਈਲ ਸੀਗੀ। ਦਾਸ ਤੇ ਆਪ ਬਹੁਤ ਹੈਰਾਨ ਹੈ ਕਿ ਪਿਤਾ ਪਰਮੇਸ਼ਵਰ ਨੇ ਦਾਸ ਨਾਲ ਕੀ ਖੇਡ ਖੇਡੀ, ਪਰ ਕਿੰਨੀ ਸੋਹਣੀ ਖੇਡ ਖੇਡੀ। ਦਾਸ ਕਿੱਥੇ ਸੀ ਅਤੇ ਦਾਸ ਨੂੰ ਕਿੱਥੇ ਲਿਆ ਕੇ ਖੜ੍ਹਾ ਕਰਤਾ। ਪਰ ਇਹ ਸਾਰੀਆਂ ਗੱਲਾਂ ਉਹ ਪਿਤਾ ਪਰਮੇਸ਼ਵਰ ਹੀ ਜਾਣਦੇ ਆ ਕਿ ਕੀ ਮਸਲਾ ਸੀ। ਦਾਸ ਦੀ ਕੋਈ ਪਿਛਲੀ ਕੋਈ ਭਗਤੀ ਸੀ, ਜਾਂ ਪਿਤਾ ਪਰਮੇਸ਼ਵਰ ਨੂੰ ਦਾਸ 'ਤੇ ਕੋਈ ਤਰਸ ਆ ਗਿਆ, ਜਾਂ ਕੀ ਕਹਾਣੀ ਵਾਪਰੀ। ਦਾਸ ਨੇ ਕਦੇ ਸੋਚਣ ਦੀ ਜਾਂ ਇਹਦੀ ਘੋਖ ਕਰਨ ਦੀ ਜ਼ਰੂਰਤ ਨਹੀਂ ਕੀਤੀ। ਆਨੰਦ 'ਚ ਹੈ ਦਾਸ ਵੀ। ਠੀਕ ਹੈ ਪਿਤਾ ਪਰਮੇਸ਼ਵਰ, ਜੋ ਤੁਹਾਨੂੰ ਬਿਹਤਰ ਲੱਗਾ,
ਜੋ ਤੁਹਾਨੂੰ ਚੰਗਾ ਲੱਗਿਆ। ਆਪ ਜੀ ਦਾ ਬੇਅੰਤ ਬੇਅੰਤ ਧੰਨਵਾਦ। ਨਹੀਂ ਤਾਂ ਦਾਸ ਪਤਾ ਨਹੀਂ ਹਲੇ ਕਿੰਨੇ ਜਨਮ ਭਟਕਦਾ ਹੋਰ। ਆਪ ਜੀ ਨੂੰ ਦਾਸ 'ਤੇ ਤਰਸ ਆਇਆ। ਆਪ ਜੀ ਦਾ ਬੇਅੰਤ ਬੇਅੰਤ ਧੰਨਵਾਦ, ਕੋਟਾਨ ਕੋਟਾਨ ਧੰਨਵਾਦ। ਦਾਸ ਨੇ ਕਦੇ ਬਹੁਤ ਅੱਗੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਵੀ ਕਿਉਂ, ਕਿਵੇਂ, ਕੀ ਨਹੀਂ। ਆਪਾਂ ਕੀ ਕਰਨਾ ਗੁਰੂ ਪਿਆਰੋ, ਸਾਡੀ ਉਹ ਹੈਸੀਅਤ ਹੀ ਨਹੀਂ। ਅਸੀਂ ਤਾਂ ਸਰੈਂਡਰ ਕਰਨਾ ਉਸ ਪਿਤਾ ਪਰਮੇਸ਼ਵਰ ਦੇ ਅੱਗੇ ਕਿ ਮਹਾਰਾਜ ਜੋ ਤੁਸੀਂ ਕੀਤਾ ਸਾਡੇ ਸਿਰ ਮੱਥੇ ਹੈ। ਅਸੀਂ ਭਾਗਾਂ ਵਾਲੇ ਹਾਂ ਕਿ ਅਸੀਂ ਤੁਹਾਡੀ ਨਿਗਾਹ ਦੇ ਵਿੱਚ ਹੈ। ਤੁਸੀਂ ਸਾਡੇ ਲਈ ਕੁਛ ਸੋਚਿਆ, ਕੁਛ ਕੀਤਾ। ਆਪਾਂ ਤਾਂ ਭਾਗਾਂ ਵਾਲੇ ਹਾਂ। ਅਰਬਾਂ ਖਰਬਾਂ ਦੁਨੀਆ ਹੋ ਕੇ ਤੁਰ ਗਈ ਹੈ, ਜਾ ਰਹੀ ਹੈ ਨਾ। ਲੱਖ ਆਕਾਸ਼ਾਂ ਆਕਾਸ਼, ਲੱਖ ਪਤਾਲਾਂ ਪਤਾਲ, ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ। ਅਤੇ ਪ੍ਰਮਾਤਮਾ ਇੰਨੇ ਬੇਅੰਤਾਂ ਦੇ ਵਿੱਚੋਂ ਜੇ ਕਿਸੇ ਦੇ ਉੱਤੇ ਕੋਈ ਨਿਗਾਹ ਰੱਖ ਰਹੇ ਨੇ, ਪ੍ਰਮਾਤਮਾ ਕਿਰਪਾ ਕਰ ਰਹੇ ਆ, ਅਤੇ ਆਪਾਂ ਤਾਂ ਬਹੁਤ ਭਾਗਾਂ ਵਾਲੇ ਆ ਗੁਰੂ ਪਿਆਰਿਓ। ਆਪਾਂ ਉਸ ਪਿਤਾ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਹਾਂ। ਆਪਾਂ ਤਾਂ ਸਿਰਫ ਜਪੀਏ। ਆਪਣਾ ਕੰਮ ਹੋਣਾ ਚਾਹੀਦਾ ਕਿ ਆਪਾਂ ਸੰਸਾਰਕ ਤੌਰ 'ਤੇ ਜੋ ਸਾਡੀਆਂ ਜ਼ਿੰਮੇਵਾਰੀਆਂ ਹਨ ਘਰਾਂ ਦੇ ਵਿੱਚ, ਸਾਡੇ ਪਰਿਵਾਰ ਦੇ ਪ੍ਰਤੀ, ਸਮਾਜ ਦੇ ਪ੍ਰਤੀ, ਅਸੀਂ ਉਹ ਨਿਭਾਉਂਦੇ ਨਿਭਾਉਂਦੇ ਨਾਲ ਨਾਲ ਜਪੀਏ ਜੋ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਕਿ ਹੱਥ ਕਾਰ ਵੱਲ ਅਤੇ ਦਿਲ ਯਾਰ ਵੱਲ। ਯਾਰ ਮਤਲਬ ਪਿਤਾ ਪਰਮੇਸ਼ਵਰ ਵੱਲ ਧਿਆਨ ਸਾਡਾ ਉੱਧਰ ਹੋਣਾ ਚਾਹੀਦਾ, ਅਤੇ ਹੱਥ ਸਾਡੇ ਕੰਮ ਵੱਲ ਹੋਣੇ ਚਾਹੀਦੇ ਹਨ। ਅਤੇ ਅਸੀਂ ਆਪਦਾ ਕੰਮ ਕਾਰ ਕਰਦੇ ਹੌਲੀ ਹੌਲੀ ਆਪਦਾ ਜਪਦੇ ਰਹੀਏ। ਜਦੋਂ ਸਾਨੂੰ ਸਮਾਂ ਲੱਗੇ ਅੱਖਾਂ ਬੰਦ ਕਰਕੇ ਬਹਿ ਗਏ। ਜਦੋਂ ਲੱਗਿਆ ਕਿ ਸਮਾਂ ਹੈ ਸਵੇਰ ਸ਼ਾਮ ਦਾ ਜਾਂ ਵੇਲ ਹੈ, ਆਪਦੇ ਮਨ ਮੰਦਰ 'ਚ ਜਾਈਏ। ਹੌਲੀ ਹੌਲੀ ਮਨ ਦੇ ਅੰਦਰ ਚਾਨਣ ਹੋ ਜਾਏਗਾ, ਪ੍ਰਕਾਸ਼ ਹੋ ਜਾਏਗਾ। ਫਿਰ ਸਾਨੂੰ ਐਫਰਟ ਨਹੀਂ ਕਰਨਾ ਪੈਣਾ। ਮਨ ਨੇ ਅੰਦਰ ਨੂੰ ਮੁੜ ਪੈਣਾ ਹੈ, ਮਨਮੁਖੀ ਹੋ ਜਾਣਾ ਹੈ। ਕਿਉਂ? ਪ੍ਰਕਾਸ਼ ਹੋ ਗਿਆ ਅੰਦਰ। ਮਨ ਨੂੰ ਹਨੇਰਾ ਚੰਗਾ ਨਹੀਂ ਲੱਗਦਾ। ਮਨ ਬਾਹਰ ਨੂੰ ਭੱਜਦਾ ਹੈ, ਬਾਹਰ ਚਾਨਣ ਹੈ। ਕਿਤੇ ਦੂਰ ਢੋਲ ਵੱਜਦਾ ਹੋਵੇ, ਚਾਨਣ ਹੋਵੇ, ਮਨ ਉੱਧਰ ਨੂੰ ਖਿੱਚ ਕਰਦਾ ਕਿ ਜਾ ਕੇ ਦੇਖੀਏ ਕੀ ਹੈ। ਲੇਕਿਨ ਜੇ ਕਿਸੇ ਪਾਸੇ ਹਨੇਰਾ ਹੋਵੇ, ਮਨ ਉੱਥੋਂ ਡਰਦਾ ਹੈ, ਨਹੀਂ ਜਾਂਦਾ ਉੱਧਰ। ਸਾਡੇ ਅੰਦਰ ਹਨੇਰਾ ਹੈ, ਇਸ ਕਰਕੇ ਮਨ ਮੁੜਦਾ ਨਹੀਂ ਅੰਦਰ ਨੂੰ। ਸਿਮਰਨ ਕਰਨ ਵਿੱਚ ਮਨ ਲੱਗਦਾ ਨਹੀਂ, ਉਤਾਵਲਾਪਨ ਹੋ ਜਾਂਦਾ ਹੈ, ਝਟਕੇ ਲੱਗਦੇ ਹਨ, ਡਰ ਲੱਗਦਾ ਹੈ ਗੁਰੂ ਪਿਆਰਿਓ। ਪਰ ਅਸੀਂ ਇਸ ਡਰ 'ਚੋਂ ਨਿਕਲਣਾ ਹੈ। ਇਹ ਥੋੜ੍ਹੇ ਸਮੇਂ ਦੀ ਖੇਡ ਹੁੰਦੀ ਹੈ। ਇੱਥੇ ਆਪਾਂ ਜਲਦਬਾਜ਼ੀ ਨਹੀਂ ਕਰਨੀ, ਤੇਜ਼ੀ ਨਹੀਂ ਕਰਨੀ, ਹੌਲੀ ਹੌਲੀ ਜਪਣਾ ਹੈ। ਜਿਸ ਤਰ੍ਹਾਂ ਅਸੀਂ ਜਪੀ ਜਾਵਾਂਗੇ, ਮੈਲ ਉਤਰਦੀ ਜਾਏਗੀ, ਪਰਦਾ ਸਾਫ਼ ਹੁੰਦਾ ਜਾਏਗਾ। ਪਰਦੇ ਦੇ ਪਰਲੇ ਪਾਸੇ ਊਰਜਾ ਹੈ, ਪ੍ਰਕਾਸ਼ ਹੈ। ਉਹ ਪਰਦੇ ਦੇ ਵਿੱਚ ਦੀ ਰੋਸ਼ਨੀ ਅੰਦਰ ਆਉਣੀ ਸ਼ੁਰੂ ਹੋ ਜਾਏਗੀ। ਜਿਵੇਂ ਜਿਵੇਂ ਰੋਸ਼ਨੀ ਅੰਦਰ ਆਏਗੀ, ਗਿਆਨ ਇੰਦਰੇ ਖੁੱਲ੍ਹਣੇ ਸ਼ੁਰੂ ਹੋ ਜਾਣਗੇ, ਗਿਆਨ ਹੋਣਾ ਸ਼ੁਰੂ ਹੋ ਜਾਏਗਾ, ਹਨੇਰਾ ਮਿਟ ਜਾਏਗਾ। ਜਿਵੇਂ ਜਿਵੇਂ ਹਨੇਰਾ ਮਿਟੇਗਾ, ਡਰ ਨਿਕਲਦੇ ਜਾਣਗੇ। ਜੋ ਵੀ ਤੁਹਾਡੇ ਉੱਤੇ ਕੋਈ ਨੈਗੇਟਿਵ ਊਰਜਾ ਹੈ, ਸਾਡੇ ਆਪਣੇ ਨੈਗੇਟਿਵ ਮਲੀਨਤਾ ਹੈ, ਸਾਡੇ ਕਰਮਾਂ ਦੀ ਊਰਜਾ ਹੈ, ਕੋਈ ਕੀਤਾ ਕਰਾਇਆ ਹੈ, ਜਾਂ ਜਿਹੜੇ ਘਰਾਂ 'ਚ ਅਸੀਂ ਰਹੇ ਹਾਂ ਉਹ ਘਰਾਂ ਦੇ ਵਿੱਚ ਕੋਈ ਚੀਜ਼ਾਂ ਨੇ, ਕੋਈ ਵੀ ਚੀਜ਼ ਹੈ, ਉਹਨਾਂ ਦੀ ਪਾਵਰ ਘਟਦੀ ਜਾਣੀ ਹੈ, ਤੁਹਾਡੀ ਪਾਵਰ ਵੱਧਦੀ ਜਾਣੀ ਹੈ। ਕਿਉਂ? ਕਿਉਂਕਿ ਮੈਲ ਉਤਰ ਰਹੀ ਹੈ। ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਐ, ਧੋਏ ਭਰੀਐ, ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਨਾਮ ਜਪਣਾ ਸ਼ੁਰੂ ਕਰ ਦਿੱਤਾ ਹੈ, ਉਹ ਮੈਲ ਧੁਲਣੀ ਸ਼ੁਰੂ ਹੋ ਗਈ ਹੈ, ਪਰਦਾ ਸਾਫ਼ ਹੋਣ ਲੱਗ ਗਿਆ, ਹਰ ਪਰ ਦਿਸਣ ਲੱਗ ਗਿਆ, ਪ੍ਰਕਾਸ਼ ਹੈ ਉਸ ਪਾਸੇ, ਊਰਜਾ ਹੈ। ਉਹਦੇ ਨਾਲ ਸਾਡੀ ਜਿਹੜਾ ਸੰਬੰਧ ਬਣਨਾ ਸ਼ੁਰੂ ਹੋ ਜਾਣਾ ਹੈ। ਫਿਰ ਗਿਆਨ ਹੋ ਜਾਣਾ ਹੈ ਸਾਨੂੰ। ਅਗਿਆਨਤਾ 'ਚੋਂ ਬਾਹਰ ਆ ਜਾਵਾਂਗੇ ਗੁਰੂ ਪਿਆਰਿਓ। ਸੋ ਸਹਿਜਤਾ ਦੇ ਵਿੱਚ ਜਪੀਏ। ਜਿਨ੍ਹਾਂ ਦੀ ਅਵਸਥਾ ਬਣ ਚੁੱਕੀ ਹੈ, ਉਹਨਾਂ ਨੂੰ ਗਿਆਨ ਵੀ ਹੋ ਚੁੱਕਿਆ, ਉਹ ਆਪਦੀ ਮਰਜ਼ੀ ਦੇ ਨਾਲ ਜਪ ਸਕਦੇ ਹਨ। ਬਸ ਇੱਕ ਗੱਲ ਦਾ ਧਿਆਨ ਰੱਖਣਾ ਹੈ, ਪਿਤਾ ਪਰਮੇਸ਼ਵਰ ਦਾ ਹੀ ਨਾਮ ਜਪਣਾ। ਇਸ ਤੋਂ ਇਲਾਵਾ ਕਿਸੇ ਹੋਰ ਪਾਸੇ ਜਾਣਾ ਨਹੀਂ। ਆਪਾਂ ਹੋਰ ਪਾਸੇ ਜਾਵਾਂਗੇ ਤਾਂ ਉਲਝ ਜਾਵਾਂਗੇ। ਬਹੁਤ ਬੇਅੰਤ ਪਿਤਾ ਪਰਮੇਸ਼ਵਰ ਦੇ ਦਰ ਦੇ ਉੱਤੇ ਖੜ੍ਹੇ ਨੇ, ਬਹੁਤ ਵੱਡੇ ਵੱਡੇ ਰਿਸ਼ੀ ਮੁਨੀ ਤੱਕ ਖੜ੍ਹੇ ਹਨ, ਜਿਨ੍ਹਾਂ ਨੇ ਪਿਤਾ ਪਰਮੇਸ਼ਵਰ ਨੂੰ ਛੱਡ ਕੇ ਸ਼ਕਤੀ ਪੂਜਾ ਕੀਤੀ। ਉੱਥੇ ਦਰਸ਼ਨ ਮੇਲੇ ਨਹੀਂ ਹੁੰਦੇ, ਸੱਚਖੰਡ 'ਚ ਨਹੀਂ ਜਾ ਸਕਦੇ ਅੰਦਰ। ਕਿਉਂ? ਹਰੀ ਨੂੰ ਪਾਸੇ ਕਰਕੇ ਸ਼ਕਤੀ ਪੂਜਾ ਕੀਤੀ। ਸ਼ਕਤੀ ਪੂਜਾ ਦਾ ਮਾਮਲਾ ਥੱਲੇ ਥੱਲੇ ਹੈ ਗੁਰੂ ਪਿਆਰਿਓ। ਆਪਾਂ ਉਸ ਹਰੀ ਨੂੰ ਜਪਣਾ ਹੈ, ਉਸ ਰਾਮ ਨੂੰ ਜਪਣਾ ਜੋ ਰਮਿਆ ਹੋਇਆ ਸਭ ਜਗ੍ਹਾ। ਉਸ ਪਿਤਾ ਪਰਮੇਸ਼ਵਰ ਨੂੰ ਜਪਣਾ ਹੈ ਜੋ ਸਾਡੇ ਅੰਦਰ ਜੋਤ ਜਗਾ ਕੇ ਬੈਠਾ ਹੈ, ਜੋ ਕਣ ਕਣ ਵਿੱਚ ਵਿਰਾਜਮਾਨ ਹੈ। ਉਸ ਪਿਤਾ ਪਰਮੇਸ਼ਵਰ ਦੇ ਚਰਨੀ ਲੱਗਣਾ ਹੈ। ਬਿਲਕੁਲ ਗਲਤੀ ਨਾ ਕਰਿਓ, ਬਿਲਕੁਲ ਨਾ ਭੁੱਲਿਓ।
ਬਿਲਕੁਲ ਕਿਸੇ ਭੁਲੇਖੇ 'ਚ ਨਾ ਆਇਓ ਕਿ ਕੋਈ ਤੁਰਿਆ ਫਿਰਦਾ ਕੋਈ ਕਿਤੇ ਡੇਰਾ ਖੋਲ੍ਹ ਕੇ ਬੈਠਾ ਹੈ ਜਾਂ ਕੋਈ ਹੋਰ ਸਾਨੂੰ ਕੁਛ ਦੇ ਜੂਗਾ। ਹਾਂ, ਜੇ ਉਸ ਦੇ ਉੱਤੇ ਪਿਤਾ ਪਰਮੇਸ਼ਵਰ ਦੀ ਕਿਰਪਾ ਹੈ, ਉਹ ਸਾਨੂੰ ਪਿਤਾ ਪਰਮੇਸ਼ਵਰ ਨਾਲ ਜੋੜੇਗਾ, ਆਪਣੇ ਨਾਲ ਨਹੀਂ ਜੋੜੇਗਾ। ਜੇ ਉਹ ਆਪਣੇ ਨਾਲ ਜੋੜ ਰਿਹਾ ਹੈ ਤਾਂ ਸਮਝ ਲਓ ਮਾਮਲਾ ਗੜਬੜ ਹੈ। ਔਰ ਇਹਦੇ ਵਿੱਚ ਵੀ ਬਹੁਤ ਸਾਰੇ ਭੁਲੇਖੇ ਹੁੰਦੇ ਹਨ। ਬਹੁਤ ਵਾਰੀ ਸਾਨੂੰ ਨਹੀਂ ਪਤਾ ਲੱਗਦਾ। ਭੁਲੇਖੇ ਵਿੱਚ ਪਾ ਕੇ ਸਾਨੂੰ ਸ਼ੋਅ ਕੀਤਾ ਜਾਂਦਾ ਹੈ ਕਿ ਜੀ ਉੱਥੇ ਪਿਤਾ ਪਰਮੇਸ਼ਵਰ ਦਾ ਨਾਮ ਜਪਿਆ ਜਾ ਰਿਹਾ ਹੈ, ਸਾਨੂੰ ਹਰੀ ਨਾਲ ਜੋੜਿਆ ਜਾ ਰਿਹਾ ਹੈ, ਪਰ ਹੋਰ ਘੋਖਣ ਦੀ ਜ਼ਰੂਰਤ ਹੁੰਦੀ ਹੈ। ਗੁਰੂ ਪਿਆਰਿਓ, ਇਹ ਚੀਜ਼ ਦਾ ਧਿਆਨ ਰੱਖਿਓ। ਬਹੁਤ ਸਾਰੇ ਗੁਰੂ ਪਿਆਰਿਆਂ ਦੇ ਇਹ ਵੀ ਪ੍ਰਸ਼ਨ ਆਏ ਹਨ ਕਿ ਜੀ ਅਸੀਂ ਫਲਾਨੀ ਜਗ੍ਹਾ 'ਤੇ ਜਾ ਕੇ ਫਲਾਨੇ ਮਹਾਂਪੁਰਸ਼ਾਂ ਨੂੰ ਮੱਥਾ ਟੇਕਦੇ ਹਾਂ, ਮਿਲਦੇ ਹਾਂ, ਜਾਂਦੇ ਹਾਂ, ਉਹਨਾਂ ਦਾ ਅਸੀਂ ਇੱਦਾਂ, ਪਰ ਉਹ ਨਾਮ ਤਾਂ ਪਰਮਾਤਮਾ ਦਾ ਜਪਾਉਂਦੇ ਹਨ। ਜਿੱਥੇ ਗੁਰੂ ਪਿਆਰਿਓ ਨਿਰੋਲ ਪਿਤਾ ਪਰਮੇਸ਼ਵਰ ਦਾ ਮਸਲਾ ਹੈ, ਉੱਥੇ ਠੀਕ ਹੈ, ਪਰ ਔਖਾ ਹੈ ਫਰਕ ਲੱਭਣਾ। ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਭਾਈ ਜਿੱਥੇ ਬੈਠੇ ਹੋ ਉੱਥੇ ਹੀ ਜਪੋ। ਗੁਰੂ ਘਰ ਜਾਓ, ਮੱਥਾ ਟੇਕੋ, ਉੱਥੇ ਬੈਠੋ ਅਤੇ ਜਪੋ। ਬਾਣੀ ਹੀ ਸਾਡੀ ਜਿਹੜਾ ਹੈ ਉਹ ਗੁਰੂ ਹੈ। ਬਾਣੀ ਮਾਤਾ, ਸਿਮਰਨ ਪਿਤਾ, ਇੱਕ ਦੂਸਰੇ ਕੇ ਪੂਰਕ ਦੋਨੋਂ। ਸਿਮਰਨ ਪਿਤਾ ਹੈ, ਬਾਣੀ ਮਾਤਾ ਹੈ। ਜੇ ਅਸੀਂ ਕੋਈ ਰਿੱਧੀਆਂ ਸਿੱਧੀਆਂ ਪ੍ਰਾਪਤ ਨਹੀਂ ਕਰਨੀਆਂ, ਕੋਈ ਤੰਤਰ ਵਿਦਿਆ ਨਹੀਂ ਸਿੱਖਣੀ, ਤਾਂ ਸਾਨੂੰ ਕਿਸੇ ਗੁਰੂ ਦੀ ਜ਼ਰੂਰਤ ਨਹੀਂ। ਫਿਰ ਗੁਰੂ ਨਾਨਕ ਸਾਹਿਬ ਹੀ ਸਾਡੇ ਗੁਰੂ ਹਨ। ਬਾਣੀ ਹੀ ਸਾਡੀ ਮਾਤਾ ਹੈ, ਸਿਮਰਨ ਹੀ ਸਾਡਾ ਪਿਤਾ ਹੈ। ਫਿਰ ਅਸੀਂ ਸਹਿਜ ਮਤਾ ਦੇ ਵਿੱਚ ਜਪਣਾ ਹੈ। ਇੱਥੋਂ ਹੀ ਸਾਨੂੰ ਬੇਫਿਕਰੀ ਮਿਲਣੀ ਹੈ, ਸਾਡੇ ਗਿਆਨ ਇੰਦਰੇ ਖੁੱਲ੍ਹਣੇ ਆ, ਸਾਨੂੰ ਬ੍ਰਹਮ ਦਾ ਗਿਆਨ ਹੋਣਾ ਹੈ। ਇੱਥੋਂ ਹੀ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋਣਾ ਹੈ। ਇੱਥੋਂ ਹੀ ਸਾਡਾ ਆਵਾਗਮਨ ਖਤਮ ਹੋਣਾ ਹੈ। ਇੱਥੋਂ ਹੀ ਸਾਨੂੰ ਮੋਕਸ਼ ਮਿਲਣਾ ਹੈ। ਇੱਥੋਂ ਹੀ ਸਾਡੇ ਬੱਚੇ ਬੱਚੀਆਂ ਸਭ, ਇੱਥੋਂ ਹੀ ਸਾਰਾ ਕੁਛ ਮਿਲਣਾ ਹੈ। ਤਰੱਕੀਆਂ ਕਰਨੀਆਂ ਜਿਨ੍ਹਾਂ ਨੇ ਮੋਹ ਮਾਇਆ ਤੋਂ ਬਚਣਾ ਹੈ। ਇਸ ਲਈ ਗੁਰੂ ਪਿਆਰਿਓ, ਉਸ ਪਿਤਾ ਪਰਮੇਸ਼ਵਰ ਦੇ ਚਰਨੀ ਲੱਗੀਏ ਵਿਸ਼ਵਾਸ ਕਰਕੇ। ਸਾਡੇ ਅੰਦਰੋਂ ਹੀ ਸਾਰਾ ਕੁਛ ਪ੍ਰਗਟ ਹੋਣਾ ਹੈ। ਸਾਨੂੰ ਬਾਹਰੋਂ ਕਿਸੇ ਨੇ ਕੁਛ ਨਹੀਂ ਦੇਣਾ। ਜੇ ਬਾਹਰੋਂ ਸਾਨੂੰ ਮਿਲਣਾ ਹੈ ਤਾਂ ਉਹ ਹੈ ਕਿ ਅਸੀਂ ਮਰਿਆਦਾ ਕਿਵੇਂ ਕਮਾਉਣੀ ਹੈ, ਉਹਦੇ ਬਾਰੇ ਕੋਈ ਜਾਣਕਾਰੀ, ਕਿਵੇਂ ਉੱਠਣਾ ਬੈਠਣਾ ਹੈ, ਅੰਮ੍ਰਿਤ ਵੇਲਾ ਕਿਵੇਂ ਸੰਭਾਲਣਾ ਹੈ, ਸੰਗਤ ਕਿਹਨਾਂ ਦੀ ਕਰਨੀ ਹੈ, ਕੀ ਖਾਣਾ ਹੈ, ਕੀ ਪੀਣਾ ਹੈ, ਇਹ ਸਾਰਾ ਮਸਲਾ ਜਿਹੜਾ ਹੈ ਇਹ ਬਾਹਰਲਾ ਹੈ, ਮਰਿਆਦਾ ਹੈ। ਪਰ ਜੋ ਪਿਤਾ ਪਰਮੇਸ਼ਵਰ ਦਾ ਸੂਖਸ਼ਮ ਰੂਪ ਦੇ ਵਿੱਚ ਜੋ ਮਿਹਰ ਹੋਣੀ ਹੈ, ਕਿਰਪਾ ਹੋਣੀ ਹੈ, ਜੋ ਕਮਾਈ ਹੋਣੀ ਹੈ, ਜਿਹਨੇ ਸਾਡੇ ਨਾਲ ਜਾਣਾ ਹੈ, ਉਹ ਅੰਦਰ ਹੈ ਖੇਡ ਸਾਰੀ। ਉਹ ਅੱਖਾਂ ਬੰਦ ਕਰਕੇ ਸਿਮਰਨ ਕਰਨ ਦੇ ਨਾਲ ਹੋਣੀ ਹੈ। ਸ਼ੁਰੂ ਦੇ ਵਿੱਚ ਡਰ ਲੱਗਦਾ ਹੈ, ਕੋਈ ਚਿੰਤਾ ਵਾਲਾ ਵਿਸ਼ਾ ਨਹੀਂ ਇਹਦੇ 'ਚ। ਜਦੋਂ ਅਸੀਂ ਨਾਮ ਸਿਮਰਨ ਜਪਾਂਗੇ, ਵਾਹਿਗੁਰੂ 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 ਵਾਹਿਗੁਰੂ, ਮੈਲ ਉਤਰਦੀ ਹੈ। ਬੜਾ ਉਤਲ ਪੁਤਲ ਹੁੰਦਾ ਹੈ। ਜਨਮਾਂ ਦੀ ਅੰਦਰ ਮਲੀਨਤਾ ਹੈ, ਨਹੀਂ ਸੋਝੀ ਸੀ। ਇਸ ਵਾਰ ਮਹਾਰਾਜ ਨੇ ਕਿਰਪਾ ਕੀਤੀ, ਪਿਤਾ ਪਰਮੇਸ਼ਵਰ ਨੇ ਤਰਸ ਕੀਤਾ। ਕੋਈ ਸਾਡਾ ਕਰਮ ਐਸਾ ਅੱਗੇ ਆ ਗਿਆ, ਕੋਈ ਅਰਦਾਸ ਬੇਨਤੀ ਐਸੀ ਅੱਗੇ ਆ ਗਈ ਜਿਹਦੇ ਨਾਲ ਉਸ ਪਿਤਾ ਪਰਮੇਸ਼ਵਰ ਨੂੰ ਸਾਡੇ 'ਤੇ ਤਰਸ ਆਇਆ ਅਤੇ ਉਹਨੇ ਸਾਨੂੰ ਆਪਣੇ ਚਰਨੀ ਲਾਇਆ, ਨੇੜੇ ਲਾਇਆ। ਉਹ ਹੁਣ ਸਾਡੀ ਮੈਲ ਉਤਰ ਰਹੀ ਹੈ। ਸਾਡੇ ਅੰਦਰ ਬਹੁਤ ਸਾਰੀ ਨੈਗੇਟਿਵ ਊਰਜਾ ਹੈ ਜਿਹੜੀ ਉਸ ਬ੍ਰਹਮ ਅਗਨੀ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ, ਜਿਹੜੀ ਵਾਹਿਗੁਰੂ ਵਾਹਿਗੁਰੂ ਜਪਣ ਨਾਲ ਸਾਡੇ ਅੰਦਰ ਜਵਲਿਤ ਹੋ ਰਹੀ ਹੈ। 11 ਤਰ੍ਹਾਂ ਦੀ ਅੱਗ ਹੈ ਸਾਡੇ ਅੰਦਰ ਗੁਰੂ ਪਿਆਰਿਓ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਗਿਆਨ, ਬ੍ਰਹਮ, ਜਠਰਾ, ਇਹ ਸਾਰੀਆਂ ਅੱਗਾਂ ਨੇ ਸਾਡੇ ਅੰਦਰ। ਜਦੋਂ ਸਿਮਰਨ ਕਰਨਾ ਸ਼ੁਰੂ ਕਰਦੇ ਹਾਂ, ਫਿਰ ਬ੍ਰਹਮ ਅਗਨੀ ਉਤਪੰਨ ਹੁੰਦੀ ਹੈ, ਜਵਲਿਤ ਹੁੰਦੀ ਹੈ। ਉਹ ਸਾਡੇ ਜਿਹੜੇ ਪੁਰਾਣੇ ਪ੍ਰਲਬਧ ਦੇ ਵਿੱਚ ਕਿਰੇਮਾਨ ਕਰਮ ਹਨ, ਜਿਹੜੇ ਚੰਗੇ ਨਹੀਂ ਹਨ, ਉਹ ਨੇਹ ਫਲ ਕਰਦੀ ਹੈ। ਪਿਤਾ ਪਰਮੇਸ਼ਵਰ ਸਾਡੇ 'ਤੇ ਮਿਹਰ ਕਰਦੇ ਹਨ। ਨਾਮ ਸਿਮਰਨ ਦੇ ਬਦਲੇ ਸਾਨੂੰ ਬ੍ਰਹਮ ਅਗਨੀ ਦੀ ਦਾਤ ਦਿੰਦੇ ਹਨ। ਬ੍ਰਹਮ ਅਗਨੀ ਉਹ ਜਿਹੜੇ ਸਾਡੇ ਮਾੜੇ ਕਰਮ ਅੰਦਰ ਪਏ ਹਨ, ਉਹਨਾਂ ਨੂੰ ਨੇਹ ਫਲ ਕਰ ਦਿੰਦੀ ਹੈ, ਤਾਂ ਕਿ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦੁੱਖ ਤਕਲੀਫ ਨਾ ਆਵੇ, ਸੂਲੀ ਤੋਂ ਸੂਲ ਬਣ ਜਾਵੇ। ਨਾਮ ਜਪਣ ਦੇ ਨਾਲ ਜੇ ਕੋਈ ਸਾਡਾ ਵੱਡਾ ਕੰਮ ਖਰਾਬ ਹੋਣਾ ਸੀ ਤਾਂ ਉਹ ਥੋੜ੍ਹੇ ਜਿਹੇ ਨਾਲ ਸਰ ਜਾਂਦਾ ਹੈ। ਇਹ ਸਾਡੇ 'ਤੇ ਕਿਰਪਾ ਹੁੰਦੀ ਹੈ ਗੁਰੂ ਪਿਆਰਿਓ, ਪਿਤਾ ਪਰਮੇਸ਼ਵਰ ਵੱਲੋਂ ਮਿਹਰ ਹੁੰਦੀ ਹੈ।
ਤੋ ਇਸ ਕਰਕੇ ਜਦੋਂ ਅਸੀਂ ਨਾਮ ਸਿਮਰਨ ਜਪਾਂਗੇ, ਅੰਦਰੋਂ ਸਾਡੇ ਵਿਰੋਧ ਹੋਣਾ ਹੀ ਹੋਣਾ ਹੈ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਅੰਦਰ ਕੀਤਾ ਕਰਾਇਆ ਔਰ ਪਿਛਲੇ ਸਮੇਂ ਦੌਰਾਨ ਜਨਮਾਂ ਦਾ ਸਾਡੇ ਅੰਦਰ ਹੁੰਦਾ ਹੈ, ਮੈਲ ਉਤਰਦੀ ਹੈ। ਉਹ ਮੈਲ ਉਤਰਨ ਦੇ ਨਾਲ ਕਈ ਚੀਜ਼ਾਂ ਸਾਡੇ ਅੰਦਰ ਵਾਪਰਦੀਆਂ ਹਨ ਉਸ ਵੇਲੇ। ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਜਪਣਾ ਛੱਡ ਦਈਏ, ਵਿਚਲਿਤ ਹੋ ਜਾਈਏ, ਡਰ ਜਾਈਏ। ਨਹੀਂ, ਗੁਰੂ ਨਾਨਕ 'ਤੇ ਭਰੋਸਾ ਰੱਖ ਕੇ ਚੱਲੀਏ। ਜਦੋਂ ਬੈਠਣਾ ਅਰਦਾਸ ਬੇਨਤੀ ਲਾ ਕੇ ਬੈਠੀਏ, ਮਹਾਰਾਜ ਦਾਸ ਤੁਹਾਡੀ ਕਿਰਪਾ ਸਦਕਾ ਤੁਹਾਡੇ ਚਰਨਾਂ 'ਚ ਹਾਜ਼ਰ ਹੋ ਰਿਹਾ ਗਰੀਬ ਨਵਾਜ਼, ਤੁਸੀਂ ਮਿਹਰ ਕਰੋ, ਕਿਰਪਾ ਕਰੋ, ਮੇਰੇ ਵੱਸ ਦੀ ਗੱਲ ਨਹੀਂ ਮਹਾਰਾਜ, ਤੁਹਾਡੇ ਤੋਂ ਵੱਡਾ ਕੌਣ ਹੈ ਇਸ ਸੰਸਾਰ ਦੇ ਵਿੱਚ। ਇਹ ਸਭ ਤੁਹਾਡੇ ਬਣਾਏ ਹੋਏ ਹਨ ਜਿਹੜੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਕਲਯੁਗ ਵੀ ਤੁਹਾਡੇ ਹੁਕਮ ਦੇ ਵਿੱਚ ਹੈ ਮਹਾਰਾਜ, ਮਿਹਰ ਕਰੋ, ਕਿਰਪਾ ਕਰੋ, ਤੁਹਾਡੇ ਦਰ 'ਤੇ ਹੈ ਮਹਾਰਾਜ, ਸਾਡੀ ਲਾਜ ਰੱਖੋ, ਕਿਰਪਾ ਕਰੋ ਸਾਡੇ 'ਤੇ। ਜੇ ਕੋਈ ਚੀਜ਼ਾਂ ਸਾਨੂੰ ਤੰਗ ਕਰਦੀਆਂ ਹਨ ਮਹਾਰਾਜ, ਇਹ ਤੁਹਾਨੂੰ ਲਾਂਭਾ ਹੈ। ਦਾਸ ਤੇ ਤੁਹਾਡੇ 'ਤੇ ਭਰੋਸਾ ਰੱਖ ਕੇ ਆਪ ਜੀ ਦਾ ਨਾਮ ਬਾਣੀ ਜਪ ਰਿਹਾ ਹੈ। ਜੇ ਕੋਈ ਚੀਜ਼ਾਂ ਸਾਡੇ 'ਤੇ ਅਟੈਕ ਮਾਰਦੀਆਂ ਹਨ, ਕੋਈ ਸਰੀਰਕ ਤਕਲੀਫ ਦਿੰਦੀਆਂ ਹਨ, ਸੁੱਤੇ ਪਿਆਂ 'ਤੇ ਦਬਾਅ ਪਾਉਂਦੀਆਂ, ਕੋਈ ਐਕਸੀਡੈਂਟ ਕਰਾਉਂਦੀਆਂ, ਮਹਾਰਾਜ ਇਹ ਤੁਹਾਨੂੰ ਲਾਂਭਾ ਹੈ। ਸੋ ਇਸ ਕਰਕੇ ਪਿਤਾ ਪਰਮੇਸ਼ਵਰ ਨੂੰ ਸਾਡਾ ਜਿਹੜਾ ਪ੍ਰੇਮ ਆ ਉਹ ਕਰਨਾ ਬਹੁਤ ਜ਼ਰੂਰੀ ਹੈ। ਭਰੋਸਾ ਰੱਖਣਾ, ਮਤਲਬ ਪ੍ਰੇਮ ਦਾ ਮਤਲਬ ਵਿਸ਼ਵਾਸ ਕਰਕੇ ਚੱਲਣਾ ਜ਼ਰੂਰੀ ਹੈ। ਜਦੋਂ ਸਾਡੀ ਇਹ ਪਰਪੱਖਤਾ ਪਿਤਾ ਪਰਮੇਸ਼ਵਰ ਨਾਲ ਬਣ ਜਾਏਗੀ, ਵਿਸ਼ਵਾਸ ਬਣ ਜਾਏਗਾ, ਉਹ ਜਿਹੜਾ ਵਿਚਾਲੇ ਪੜਦਾ ਹੈ ਉਹ ਪੜਦਾ ਹਟ ਜਾਏਗਾ। ਗੁਰੂ ਪਿਆਰਿਓ, ਯਕੀਨ ਮੰਨਿਓ, ਫਿਰ ਕਿਸੇ ਦੀ ਤਾਕਤ ਨਹੀਂ ਕਿ ਤੁਹਾਡੇ 'ਤੇ ਕੋਈ ਕਿਰਿਆ ਕੰਮ ਕਰ ਜਾਏ ਜਾਂ ਕੋਈ ਨੈਗੇਟਿਵ ਊਰਜਾ ਕੋਈ ਕੰਮ ਕਰ ਜਾਏ। ਬਿਲਕੁਲ ਕਿਸੇ ਦੀ ਕੋਈ ਹਿੰਮਤ ਨਹੀਂ। ਉਹਨਾਂ ਨੂੰ ਵੀ ਪਤਾ ਹੈ ਕਿ ਇਹਨਾਂ ਦੇ ਵਿੱਚ ਹਲੇ ਦੂਰੀ ਆ, ਉਹ ਨੇੜਤਾ ਨਹੀਂ ਆਈ। ਜਿਸ ਤਰ੍ਹਾਂ ਸੰਸਾਰ ਰੂਪ ਦੇ ਵਿੱਚ ਆਪਾਂ ਰਹਿ ਰਹੇ ਹਾਂ ਗੁਰੂ ਪਿਆਰੇ, ਉਹ ਵੀ ਇੱਕ ਸੰਸਾਰ ਹੈ, ਉਹ ਸੂਖਸ਼ਮ ਰੂਪ ਦੇ ਵਿੱਚ ਸਾਡੇ ਪੈਰਲਰ ਨਾਲ ਚੱਲ ਰਿਹਾ ਹੈ। ਜਿਵੇਂ ਸੰਸਾਰ ਦੇ ਵਿੱਚ ਆਪਣੇ ਦੋਸਤ, ਯਾਰ ਮਿੱਤਰ, ਰਿਸ਼ਤੇਦਾਰ, ਭੈਣ ਭਰਾ ਇੱਕ ਦੂਜੇ ਦੀ ਆਪਾਂ ਢਾਲ ਬਣ ਕੇ ਖੜ੍ਹਦੇ ਹਾਂ, ਰੱਖਿਆ ਕਰਦੇ ਹਾਂ ਇੱਕ ਦੂਸਰੇ ਦੀ, ਉਹਦੇ 'ਚ ਵੀ ਤਾਂ ਸਾਡੇ ਫਰਕ ਹੈ ਨਾ। ਉਹਦੇ 'ਚ ਵੀ ਸਾਡੇ ਯਾਰ ਮਿੱਤਰ ਅਲੱਗ-ਅਲੱਗ ਨੇ, ਕੋਈ ਸਾਡੇ ਬਹੁਤ ਨੇੜੇ ਹੈ, ਕੋਈ ਬਹੁਤ ਦੂਰ ਹੈ। ਕਿਸੇ ਨੂੰ ਸਾਨੂੰ ਫ਼ੋਨ ਨਹੀਂ ਕਰਨਾ ਪੈਂਦਾ, ਉਹਦਾ ਰੋਜ਼ ਫ਼ੋਨ ਆਉਂਦਾ ਰਹਿੰਦਾ ਹੈ, ਹਾਂ ਬਈ ਕੀ ਹਾਲ ਹੈ, ਕਿਵੇਂ ਹੋ, ਕੋਈ ਮਦਦ ਦੀ ਲੋੜ ਤਾਂ ਨਹੀਂ, ਆਹ ਮੇਰਾ ਲਿੰਕ ਹੈਗਾ ਭਾਈ, ਜੇ ਤੈਨੂੰ ਲੋੜ ਪਏ ਤਾਂ ਵਰਤ ਲਈ, ਇੱਥੇ ਪੈਸੇ ਪਏ, ਲੋੜ ਪਈ ਵਰਤ ਲਈ, ਮੇਰੀ ਗੱਡੀ ਖੜੀ ਹੈ, ਲੈ ਜੀ ਜੇ ਲੋੜ ਪਈ ਤਾਂ। ਬਹੁਤ ਚੀਜ਼ਾਂ ਨੇ ਉੱਥੇ, ਸਾਨੂੰ ਅਲੱਗ-ਅਲੱਗ ਮਿੱਤਰ ਸਾਡੇ ਅਲੱਗ-ਅਲੱਗ ਸਟੇਜਾਂ 'ਤੇ ਸਾਡੀ ਮਦਦ ਕਰਦੇ ਆ, ਅਸੀਂ ਵੀ ਕਰਦੇ ਹਾਂ। ਪਰ ਕੁਝ ਵਿਸ਼ੇਸ਼ ਮਿੱਤਰ ਹੁੰਦੇ ਹਨ ਜਿੱਥੋਂ ਸਾਨੂੰ ਸਾਰਾ ਕੁਝ ਮਿਲਣ ਦੀ ਉਮੀਦ ਹੁੰਦੀ ਹੈ ਅਤੇ ਮਿਲ ਰਿਹਾ ਹੁੰਦਾ ਹੈ। ਇੱਦਾਂ ਹੀ ਬਹੁਤ ਸਾਰੇ ਗੁਰੂ ਪਿਆਰਿਆਂ ਦੇ ਰਿਲੇਸ਼ਨ ਪਿਤਾ ਪਰਮੇਸ਼ਵਰ ਨਾਲ ਇਸ ਤਰ੍ਹਾਂ ਦੇ ਹਨ, ਪਰ ਉਹ ਕਮਾਉਣਾ ਪੈਂਦਾ ਹੈ, ਵਿਸ਼ਵਾਸ ਕਰਨਾ ਪੈਂਦਾ ਹੈ, ਸਬਰ ਰੱਖਣਾ ਪੈਂਦਾ ਹੈ, ਸੰਤੋਖ ਦੇ ਨਾਲ ਚੱਲਣਾ ਪੈਂਦਾ ਹੈ, ਕਿੰਤੂ ਪਰੰਤੂ ਤੋਂ ਉੱਤੇ ਉੱਠਣਾ ਪੈਂਦਾ ਹੈ, ਸਰੈਂਡਰ ਕਰਨਾ ਪੈਂਦਾ ਹੈ ਉਹ ਸਭ ਕੁਝ ਪਾਉਣ ਵਾਸਤੇ। ਫਿਰ ਸਾਨੂੰ ਗੁਰੂ ਪਿਆਰੇ ਉਹ ਸਾਰਾ ਕੁਝ ਮਿਲਦਾ ਹੈ ਜੋ ਪਿਤਾ ਪਰਮੇਸ਼ਵਰ ਕੋਲ ਹੈ, ਕਿਉਂਕਿ ਸਾਡੇ ਅੰਦਰ ਉਸੇ ਦੀ ਜੋਤ ਹੈ। ਆਪਾਂ ਉਸੇ ਜੋਤ ਦੇ ਨਾਲ ਹੀ ਸਾਡਾ ਦੀਵਾ ਚੱਲ ਰਿਹਾ ਹੈ। ਸਾਡੇ 'ਤੇ ਉਸ ਪਿਤਾ ਪਰਮੇਸ਼ਵਰ ਦੇ ਵਿੱਚ ਕੋਈ ਭੇਦ ਨਹੀਂ ਹੈ। ਜੇ ਭੇਦ ਹੈ ਤਾਂ ਸਿਰਫ ਇੱਕ ਬਹੁਤ ਬਰੀਕ ਜਿਹਾ ਮਾਇਆ ਦਾ ਭੇਦ ਹੈ, ਜਿਹੜੀ ਮੋਹ ਮਾਇਆ ਹੈ ਨਾ ਗੁਰੂ ਪਿਆਰਿਓ, ਇਹਦਾ ਭੇਦ ਹੈ ਕਿ ਭੁਲੇਖਾ ਹੈ। ਪਰ ਅਸੀਂ ਇੱਕ ਰੂਪ ਹਾਂ ਦੋਨੋਂ ਜਾਣੇ, ਪਿਤਾ ਪਰਮੇਸ਼ਵਰ ਦੇ ਵਿੱਚ ਅਤੇ ਆਪਣੇ 'ਚ ਕੋਈ ਫਰਕ ਨਹੀਂ। ਜਦੋਂ ਸਾਡੇ ਅੰਦਰੋਂ ਮਲੀਨਤਾ ਨਿਕਲ ਗਈ, ਉਹ ਮੈਲ ਨਿਕਲ ਗਈ, ਉਹ ਵਿਰੋਧ ਖਤਮ ਹੋ ਗਿਆ, ਕਿੰਤੂ ਪਰੰਤੂ ਖਤਮ ਹੋ ਗਿਆ, ਸਵਾਲ ਖਤਮ ਹੋ ਗਏ, ਤਰਕ ਖਤਮ ਹੋ ਗਿਆ, ਫਿਰ ਸਾਡੇ 'ਚ ਫਰਕ ਨਹੀਂ ਰਹੇਗਾ। ਫਿਰ ਅਸੀਂ ਵੀ ਪਿਤਾ ਪਰਮੇਸ਼ਵਰ ਦਾ ਰੂਪ ਹੋ ਜਾਵਾਂਗੇ। ਜਿੰਨੀ ਦੇਰ ਤੱਕ ਸਾਡੇ 'ਚੋਂ ਤਰਕ ਨੇ, ਉਨੀ ਦੇਰ ਤੱਕ ਸਾਡੇ ਲਈ ਮੁਸ਼ਕਲ ਹੈ। ਸੋ ਇਸ ਕਰਕੇ ਦਾਸ ਬਾਰ-ਬਾਰ ਪਹਿਲਾਂ ਵੀ ਕਈ ਵੀਡੀਓ 'ਚ ਜ਼ਿਕਰ ਆਇਆ ਹੈ, ਜਿਨਹੀਂ ਪ੍ਰੇਮ ਕੀਓ ਤਿਨਹੀਂ ਪ੍ਰਭ ਪਾਇਓ। ਆਪਾਂ ਉਸ ਪਿਤਾ ਪਰਮੇਸ਼ਵਰ ਨੂੰ ਪ੍ਰੇਮ ਕਰਨਾ ਹੈ ਗੁਰੂ ਪਿਆਰਿਓ, ਡੈਫਥ ਤੱਕ ਚਲੇ ਜਾਣਾ ਹੈ, ਡੂੰਘਾਈ ਤੱਕ ਜਾਣਾ ਹੈ, ਇਮੋਸ਼ਨਲ ਨਹੀਂ ਹੋਣਾ। ਬਹੁਤ ਸਾਰੇ ਗੁਰੂ ਪਿਆਰੇ ਮੈਸੇਜ ਭੇਜਦੇ ਆ, ਬਹੁਤ ਵਿਰਾਗ ਕਰਦੇ ਆ, ਰੋਂਦੇ ਆ। ਇਹ ਵੀ ਇੱਕ ਸਟੇਜ ਹੈ ਗੁਰੂ ਪਿਆਰੇ, ਵਿਰਾਗ ਵਾਲੀ ਵੀ, ਇਹ ਵੀ ਜਾ ਕੇ ਅੱਗੇ ਅੱਗੇ ਠੀਕ ਹੋ ਜਾਂਦੀ ਹੈ। ਸ਼ੁਰੂ 'ਚ ਬਹੁਤ ਵਿਰਾਗ ਆਉਂਦਾ ਹੈ, ਅੱਖਾਂ 'ਚੋਂ ਜਲ ਚੱਲਦਾ ਹੈ, ਚੰਗਾ ਹੈ, ਮੈਲ ਧੋਤੀ ਜਾਂਦੀ ਹੈ, ਸਾਨੂੰ ਵਿਛੋੜੇ ਦਾ ਅਹਿਸਾਸ ਹੁੰਦਾ ਹੈ,
ਕਿ ਅਸੀਂ ਪਿਤਾ ਪਰਮੇਸ਼ਵਰ ਤੋਂ ਵਿਛੜੇ ਹੋਏ ਹਾਂ। ਜਿੰਨੀ ਦੇਰ ਸਾਨੂੰ ਵਿਛੋੜੇ ਦਾ ਅਹਿਸਾਸ ਨਹੀਂ ਹੋਏਗਾ, ਸਾਡੀ ਨੇੜਤਾ ਨਹੀਂ ਬਣਨੀ। ਤਾਂ ਇਸ ਕਰਕੇ ਗੁਰੂ ਪਿਆਰਿਓ, ਅਸੀਂ ਉਹ ਰਿਸ਼ਤਾ ਕਾਇਮ ਕਰਨਾ ਹੈ ਪਿਤਾ ਪਰਮੇਸ਼ਵਰ ਦੇ ਨਾਲ ਜੋ ਇੱਕ ਪਿਓ ਪੁੱਤ ਦਾ ਹੁੰਦਾ ਹੈ ਅਤੇ ਹੋਣਾ ਚਾਹੀਦਾ ਹੈ। ਬਾਲ ਬਰਾਬਰ ਵੀ ਵਿਚਾਲੇ ਡਿਫਰੈਂਸ ਨਹੀਂ ਹੋਣਾ ਚਾਹੀਦਾ। ਇੰਨਾ ਫੇਤ ਭਰੋਸਾ ਹੋਣਾ ਚਾਹੀਦਾ, ਤਰਕ ਨਹੀਂ ਹੋਣਾ ਚਾਹੀਦਾ। ਉਹ ਪਿਤਾ ਪਰਮੇਸ਼ਵਰ ਸਭ ਕੁਝ ਕਰਨ ਦੇ ਵਿੱਚ ਸਮਰੱਥ ਹੈ। ਸਭ ਕੁਝ ਅਸੀਂ ਸੋਚ ਵੀ ਨਹੀਂ ਸਕਦੇ, ਉਹ ਕੁਝ ਵੀ ਕਰਨ ਦੇ ਵਿੱਚ ਸਮਰੱਥ ਹੈ। ਗੁਰੂ ਪਿਆਰਿਓ, ਦਾਸ ਨੂੰ ਬਹੁਤ ਇਸ ਤਰ੍ਹਾਂ ਦੀਆਂ ਪਿਤਾ ਪਰਮੇਸ਼ਵਰ ਨੇ ਚੀਜ਼ਾਂ ਦਿਖਾਈਆਂ, ਕੌਤਕ ਦਿਖਾਏ, ਜਿਹੜੇ ਆਪਾਂ ਸੋਚ ਵੀ ਨਹੀਂ ਸਕਦੇ ਕਿ ਇੱਦਾਂ ਹੋ ਸਕਦਾ, ਪਰ ਉੱਥੇ ਹੋ ਰਹੇ ਹਨ। ਉਹ ਪਿਤਾ ਪਰਮੇਸ਼ਵਰ ਕਰ ਰਹੇ ਹਨ, ਰੂਟੀਨ 'ਚ ਚੱਲ ਰਹੇ। ਗੁਰੂ ਪਿਆਰਿਓ, ਆਪਾਂ ਗੁਰੂ ਪਿਆਰਿਓ ਸਿਰਫ ਜਪਣਾ ਹੈ। ਆਪਾਂ ਆਪਣੀ ਡਿਊਟੀ ਨਿਭਾਈਏ, ਜਿੰਨਾ ਹੋ ਸਕਦਾ ਜਪੀਏ, ਵੱਧ ਤੋਂ ਵੱਧ, ਜਿੰਨਾ ਘੱਟ ਤੋਂ ਘੱਟ, ਜਿੰਨਾ ਸ਼ੁਰੂ ਦੇ ਵਿੱਚ ਸਟ੍ਰੈਸ ਨਹੀਂ ਲੈਣਾ, ਕਿਸੇ ਗੱਲੋਂ ਡਰਨਾ ਨਹੀਂ। ਬਹੁਤ ਗੁਰੂ ਪਿਆਰਿਆਂ ਦੇ ਪ੍ਰਸ਼ਨ ਵੀ ਆਏ ਨੇ ਕਿ ਜੀ ਮੈਂ ਅੰਮ੍ਰਿਤ ਤਾਂ ਨਹੀਂ ਛਕਿਆ, ਪਰ ਮੇਰੇ ਤੋਂ ਨੌਨ ਵੈਜ ਖਾਧਾ ਗਿਆ, ਮੈਂ ਨਾਮ ਸਿਮਰਨ ਜਪਦਾ ਹੈ। ਗੁਰੂ ਪਿਆਰਿਓ, ਕੋਈ ਮਸਲਾ ਨਹੀਂ। ਆਪਾਂ ਕਲਯੁਗੀ ਜੀਵ ਹੈ, ਸੰਸਾਰਕ ਲੋਕ ਹੈ। ਆਪਾਂ ਕਿਸੇ ਉਸ ਪਦਵੀ 'ਤੇ ਨਹੀਂ ਹਾਂ ਹਾਲੇ ਜਿੱਥੇ ਕੋਈ ਸਾਡੇ ਤੋਂ ਗਲਤੀ ਹੋ ਜਾਏ ਅਤੇ ਸਾਨੂੰ ਕੋਈ ਸੂਲੀ 'ਤੇ ਟੰਗ ਦੇਊਗਾ, ਨਹੀਂ। ਉਹ ਪਿਤਾ ਪਰਮੇਸ਼ਵਰ ਤਾਂ ਦਇਆ ਦੇ ਸਾਗਰ ਹਨ। ਸਾਡੇ ਤੋਂ ਬੇਅੰਤ ਗਲਤੀਆਂ ਹੋਈਆਂ ਨੇ, ਪਹਿਲਾਂ ਸਾਨੂੰ ਬਖਸ਼ਿਆ ਉਹਨਾਂ ਨੇ, ਤਾਂ ਹੀ ਨੇੜੇ ਲਾਇਆ ਹੈ। ਅਤੇ ਜੇ ਹਲੇ ਵੀ ਸਾਡੇ ਤੋਂ ਕੋਈ ਗਲਤੀਆਂ ਹੋ ਰਹੀਆਂ ਹਨ, ਸਾਨੂੰ ਉਸ ਗਲਤੀ ਦਾ ਅਹਿਸਾਸ ਹੋ ਰਿਹਾ ਹੈ, ਅਤੇ ਬੜੀ ਵੱਡੀ ਕਿਰਪਾ ਹੈ। ਇੱਥੇ ਡਰਨ ਦੀ ਜ਼ਰੂਰਤ ਨਹੀਂ, ਹੌਲੀ ਹੌਲੀ ਉਸ ਗਲਤੀ ਨੂੰ ਸੁਧਾਰਨ ਦੀ ਜ਼ਰੂਰਤ ਹੈ। ਡਰਨਾ ਨਹੀਂ, ਆਪਾਂ ਬਿਲਕੁਲ ਵੀ ਨਹੀਂ ਡਰਨਾ। ਪਿਤਾ ਪਰਮੇਸ਼ਵਰ ਤੋਂ ਤਾਂ ਬਿਲਕੁਲ ਹੀ ਨਹੀਂ ਡਰਨਾ। ਡਰਦੇ ਮਾੜੇ ਇਨਸਾਨ ਤੋਂ ਹੈ, ਮਾੜੀ ਚੀਜ਼ ਤੋਂ ਡਰਦੇ। ਪਿਤਾ ਪਰਮੇਸ਼ਵਰ ਤਾਂ ਪ੍ਰੇਮ ਦਾ ਸਾਗਰ ਹਨ। ਡਰਨਾ ਨਹੀਂ ਹੈ। ਅਸੀਂ ਜੋ ਗਲਤੀਆਂ ਸਾਡੇ ਤੋਂ ਹੋ ਰਹੀਆਂ ਹਨ, ਉਹਨਾਂ ਗਲਤੀਆਂ ਦਾ ਅਹਿਸਾਸ ਕਰਕੇ ਉਹਨਾਂ ਗਲਤੀਆਂ ਨੂੰ ਠੀਕ ਕਰਨਾ ਹੈ ਅਤੇ ਪਿਤਾ ਪਰਮੇਸ਼ਵਰ ਦੇ ਚਰਨਾਂ 'ਚ ਅਰਦਾਸ ਬੇਨਤੀ ਲਾਉਣੀ ਹੈ ਕਿ ਮਹਾਰਾਜ, ਦਾਸ ਤੋਂ ਨਾ ਚਾਹੁੰਦੇ ਹੋਏ ਵੀ ਇਹ ਗਲਤੀਆਂ ਭੁੱਲਾਂ ਚੁੱਕਾਂ ਹੋ ਰਹੀਆਂ ਹਨ। ਦਾਸ ਦੇ ਵੱਸ ਦੀ ਗੱਲ ਨਹੀਂ। ਆਪ ਜੀ ਮਿਹਰ ਕਰੋ, ਕਿਰਪਾ ਕਰੋ ਦਾਸ ਦੇ ਉੱਤੇ। ਦਾਸ ਦੀ ਕਹਿਣੀ ਅਤੇ ਕਰਨੀ ਦੇ ਵਿੱਚ ਫਰਕ ਜਿਹੜਾ ਹੈ ਉਹ ਖ਼ਤਮ ਕਰ ਦਿਓ ਮਹਾਰਾਜ। ਜੋ ਤੁਹਾਡੀ ਮਰਿਆਦਾ, ਉਹ ਮਰਿਆਦਾ ਕਮਾਉਣ ਦਾ ਬਲ ਬਖਸ਼ੋ ਦਾਸ ਨੂੰ। ਡਰਨਾ ਨਹੀਂ ਗੁਰੂ ਪਿਆਰਿਓ, ਮਾੜੀ ਚੀਜ਼ ਤੋਂ ਡਰਨਾ ਹੁੰਦਾ ਹੈ। ਪਿਤਾ ਪਰਮੇਸ਼ਵਰ ਤੋਂ ਨਹੀਂ ਡਰਨਾ ਆਪਾਂ। ਸੋ ਗੁਰੂ ਪਿਆਰਿਓ, ਵਾਹਿਗੁਰੂ ਮਿਹਰ ਕਰਨ ਸਾਡੇ 'ਤੇ, ਚੜ੍ਹਦੀ ਕਲਾ ਬਖਸ਼ਣ ਸਾਨੂੰ ਸਾਰਿਆਂ ਨੂੰ, ਸਾਨੂੰ ਸੋਝੀ ਦੇਣ, ਬਰਕਤਾਂ ਪਾਉਣ, ਹੋਰ ਆਪਣੇ ਚਰਨੀ ਲਾਉਣ ਸਾਨੂੰ। ਵਾਹਿਗੁਰੂ ਵਾਹਿਗੁਰੂ ਪਿਤਾ ਪਰਮੇਸ਼ਵਰ ਵਾਹਿਗੁਰੂ। ਬਹੁਤ ਸਾਰੀਆਂ ਸੰਗਤਾਂ ਦੇ ਸਵਾਲ ਜਵਾਬ ਬੇਅੰਤ ਆ ਰਹੇ ਨੇ। ਚੰਗਾ ਲੱਗਦਾ ਦਾਸ ਨੂੰ, ਬਹੁਤ ਸਾਰੇ ਸਵਾਲ ਆਉਂਦੇ ਨੇ। ਬੜੇ ਸਵਾਲ ਬਹੁਤ ਚੰਗੇ ਹੁੰਦੇ ਹਨ ਗੁਰੂ ਪਿਆਰਿਓ। ਕਈ ਸਵਾਲਾਂ 'ਚ ਤਰਕ ਹੁੰਦਾ ਹੈ, ਪਰ ਕੋਈ ਗੱਲ ਨਹੀਂ। ਆਪਾਂ ਸਾਰੇ ਸਟੂਡੈਂਟ ਹਾਂ, ਸਿੱਖ ਰਹੇ ਹਾਂ, ਸਿੱਖ ਹਾਂ। ਆਪਾਂ ਸਿੱਖਣ ਵਾਲੇ ਰਸਤੇ 'ਤੇ ਚੱਲੇ ਹੋਏ ਹਾਂ। ਹੌਲੀ ਹੌਲੀ ਮਹਾਰਾਜ ਮਿਹਰ ਕਰਨਗੇ ਸਾਡੇ 'ਤੇ ਸਾਰਿਆਂ 'ਤੇ, ਸਾਡੇ ਤਰਕ ਖਤਮ ਹੋ ਜਾਣਗੇ, ਸਾਨੂੰ ਆਪਣੇ ਚਰਨੀ ਲਾਉਣਗੇ। ਪਰ ਆਪਾਂ ਆਪਣੇ ਵੱਲੋਂ ਕੋਸ਼ਿਸ਼ ਕਰੀਏ ਕਿ ਸਾਡੇ ਮਨ 'ਚ ਕੋਈ ਸਵਾਲ ਇੱਦਾਂ ਦੇ ਆਉਣ ਹੀ ਨਾ। ਠੀਕ ਹੈ ਗੁਰੂ ਪਿਆਰਿਓ, ਵਾਹਿਗੁਰੂ ਮਿਹਰ ਕਰਨ, ਚੜ੍ਹਦੀ ਕਲਾ ਬਖਸ਼ਣ। ਦਾਸ ਨੂੰ ਇਜਾਜ਼ਤ ਦਿਓ। ਕਈ ਵਾਰ ਪਤਾ ਨਹੀਂ ਲੱਗਦਾ, ਗੱਲਬਾਤ ਕਰਦੇ ਹਾਂ, ਕੋਈ ਗੱਲ ਉੱਚ ਨੀਵੀਂ ਕਹੀ ਜਾਂਦੀ ਹੈ। ਗੁਰੂ ਪਿਆਰਿਓ, ਕਿਸੇ ਵੀ ਗੁਰੂ ਪਿਆਰੇ ਨੂੰ ਦਾਸ ਦੀ ਕੋਈ ਗੱਲ ਬੁਰੀ ਲੱਗੀ ਹੋਵੇ ਤਾਂ ਦਾਸ ਨੂੰ ਮਾਫ਼ ਕਰਨਾ। ਆਪਾਂ ਫੇਰ ਸਾਂਝ ਪਾਉਣੇ ਆ ਪਿਤਾ ਪਰਮੇਸ਼ਵਰ ਦੀ ਕਿਰਪਾ ਸਦਕਾ। ਦੇਖਦੇ ਹਾਂ ਪਿਤਾ ਪਰਮੇਸ਼ਵਰ ਦਾ ਕੀ ਹੁਕਮ ਆਉਂਦਾ ਹੈ। ਅਗਲਾ ਜੋ ਵੀਡੀਓ ਦੀ ਸੇਵਾ ਲੈਣੀ ਹੈ, ਕੀ ਸੇਵਾ ਲੈਂਦੇ ਹਨ ਗੁਰੂ ਪਿਆਰਿਓ। ਦਾਸ ਨੂੰ ਇਜਾਜ਼ਤ ਦਿਓ। ਵਾਹਿਗੁਰੂ ਮਿਹਰ ਕਰਨ, ਸਾਡੇ ਸਭ 'ਤੇ ਕਿਰਪਾ ਕਰਨ। ਜੁੜੇ ਰਹੋ ਉਸ ਪਿਤਾ ਪਰਮੇਸ਼ਵਰ ਨਾਲ ਜੋ ਸਾਨੂੰ ਕੁੱਲ ਦੁਨੀਆ ਦੀਆਂ ਖੁਸ਼ੀਆਂ ਦੇ ਰਹੇ ਹਨ, ਮੌਸਮ ਦੇ ਰਹੇ ਹਨ, ਪਦਾਰਥ ਦੇ ਰਹੇ ਹਨ। ਠੀਕ ਹੈ ਗੁਰੂ ਪਿਆਰਿਓ, ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।